ਸਵੇਰ ਤੋਂ ਹੀ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਕਿ ਸਨੌਰ ਵਾਲੇ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਲੈ ਕੇ ਇੱਕ ਸ਼ਿਕਾਇਤ ਜਾਂਦੀ ਹੈ ਜ਼ੀਰਕਪੁਰ ਥਾਣੇ ਦੇ ਵਿੱਚ, ਤੇ ਉਹ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਇੱਕ ਮਹਿਲਾ ਦੇ ਵੱਲੋਂ, ਜਿਨ੍ਹਾਂ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਮੈਂ ਇਹਨਾਂ ਦੀ ਪਤਨੀ ਆ, ਮੇਰੇ ਨਾਲ ਮਾਰਕੁੱਟ ਵੀ ਹੋਈ, ਪਹਿਲਾਂ ਵੀ ਵਿਆਹ ਜਿਹੜਾ ਹੋਇਆ ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ, ਪਰ ਆਖਰਕਾਰ ਸੱਚਾਈ ਕਿੰਨੀ ਕੁ ਇਹਦੇ 'ਚ? ਕਿਉਂਕਿ ਉਦੋਂ ਬਾਅਦ ਸਾਡੇ ਚੈਨਲ ਦੇ ਸੋਰਸਿਸ ਨੇ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਕਰੀ ਤਾਂ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਤਾਂ ਕੋਈ ਸਾਜ਼ਿਸ਼ ਲੱਗਦੀ ਆ, ਕਿਉਂਕਿ ਇੱਕ ਵੀਡੀਓ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਖੈਰ ਉਹ ਸਪਸ਼ਟ ਨਹੀਂ ਹੋਇਆ ਹਜੇ ਵੀ ਉਹਨਾਂ ਦਾ ਜਾਂ ਕਿਸੇ ਹੋਰ ਦਾ। ਇਹ ਦੱਸੋ ਜਿਹੜੀ ਐਪਲੀਕੇਸ਼ਨ ਤੁਸੀਂ ਦਿੱਤੀ ਸੱਚੀ ਉਹਦੇ ਉਹਨਾਂ ਦੇ ਵਾਈਫ ਹੋ? ਹਾਂਜੀ ਵਾਈਫ ਆ ਮੇਰੇ, ਇਹਨਾਂ ਨਾਲ ਹੈਗੇ ਨੇ 12-13 ਸਾਲ ਤੋਂ ਰਿਲੇਸ਼ਨ ਨੇ। ਅਚਾਨਕ ਜਦੋਂ ਇਹਨਾਂ ਨੂੰ ਟਿਕਟ ਡਿਕਲੇਅਰ ਹੋ ਜਾਂਦੀ ਆ ਤਾਂ ਫਿਰ ਇਹਨਾਂ ਨੇ ਮੈਨੂੰ ਵਿਆਹ ਦਾ ਸਰਪ੍ਰਾਈਜ਼ ਦਿੱਤਾ। ਵਿਆਹ ਤਾਂ ਪਹਿਲਾਂ ਹੀ ਸਾਡੇ ਘਰ ਦੇ ਕਹਿ ਰਹੇ ਸੀ ਵੀ ਤੁਸੀਂ ਜੇ ਨਹੀਂ ਕਰਨਾ ਤਾਂ ਜਵਾਬ ਦੇ ਦਿਓ, ਬਟ ਉਸ ਟਾਈਮ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਸੀਗਾ। ਅਚਾਨਕ ਹੁਣ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦੇ ਦਿੱਤਾ ਸੀ ਸਾਲ ਪਹਿਲਾਂ ਵਿਆਹ ਦਾ, ਜਦੋਂ ਟਿਕਟ ਡਿਕਲੇਅਰ ਹੋ ਗਈ ਸੀ। ਨਾਲਦਿਆਂ ਨੇ ਕਹਿਤਾ ਹੋਣਾ ਵੀ ਜਿਹੜੇ ਹੁਣ ਇਹਨਾਂ ਦੇ ਸਲਾਹਕਾਰ ਨੇ ਵੀ ਤੁਸੀਂ ਕੱਲ੍ਹ ਨੂੰ ਕੋਈ ਗੱਲਬਾਤ ਨਾ ਹੋ ਜੇ, ਟਿਕਟ ਮਿਲ ਗਈ ਆ ਤਾਂ ਇਹਨੂੰ ਤੁਸੀਂ ਵਿਆਹ 'ਚ ਕਨਵਰਟ ਕਰ ਲਓ। ਤਾਂ ਅਚਾਨਕ ਇਹ 2 ਜਣੇ ਆਏ, ਇਹਨਾਂ ਨੇ ਗੁਰਦੁਆਰਾ ਸਾਹਿਬ 'ਚ ਆਨੰਦ ਲਏ, ਸਾਰਾ ਕੁਝ ਕਰਕੇ ਕਿੱਥੇ ਸੀ ਜੀ ਤੁਹਾਡਾ ਆਨੰਦ ਕਾਰਜ? ਇਹ ਜੀ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਧਿਆੜਾ, ਉੱਥੇ ਗੁਰਦੁਆਰਾ ਸਾਹਿਬ ਆ, ਉੱਥੇ ਹੋਏ ਆ। ਉੱਥੇ ਰਹਿੰਦੇ ਕਰਦੇ ਸੀ? ਕਿਉਂਕਿ ਆਪਾਂ ਨੂੰ ਹੁੰਦਾ ਵੀ ਜਿੱਥੇ ਬੰਦਾ ਰਹਿੰਦਾ ਹੁੰਦਾ ਉੱਥੇ ਦੇ ਨੇੜੇ ਤੇੜੀ ਕਿਤੇ ਥਾਵਾਂ ਤੇ ਜਾਂਦਾ ਮੂੰਹਾਂ ਤੋਂ। ਇਹਨਾਂ ਦੀ ਮੇਨ ਡਿਮਾਂਡ ਇਹ ਸੀਗੀ ਵੀ ਆਪਾਂ ਉਹ ਗੁਰਦੁਆਰਾ ਸਾਹਿਬ ਚੂਜ਼ ਕਰਨਾ ਜਿੱਥੇ CCTV ਕੈਮਰੇ ਨਾਲ ਲੱਗੇ ਹੋਣਗੇ। ਇਹ ਕਹਿੰਦੇ ਵੀ ਮੈਂ ਕੋਈ ਸਬੂਤ ਨਹੀਂ ਛੱਡਣਾ ਚਾਹੁੰਦਾ ਵੀ ਮੈਂ ਤੇਰੇ ਨਾਲ ਵਿਆਹ ਕੀਤਾ ਜਾਂ, ਤੇ ਇਹਨਾਂ ਨੂੰ ਆਏ ਸੀ ਵੀ ਕੋਈ ਮੇਰਾ ਫਾਇਦਾ ਨਾ ਉਠਾ ਲੇ। ਇਸ ਚੀਜ਼ ਨੂੰ ਬੜੀ ਪ੍ਰੀਕਾਸ਼ਨ ਲੈ ਕੇ ਚੱਲ ਰਹੇ ਸੀ ਉਸ ਟਾਈਮ, ਇਸ ਕਰਕੇ ਮੈਂ ਇਹਨਾਂ ਦਾ ਸਾਥ ਦਿੱਤਾ। ਵਿਆਹ ਦਾ ਪਹਿਲਾਂ ਤਾਂ ਪਤਾ ਸੀ ਵੀ ਇਹਨਾਂ ਦਾ ਵਿਆਹ ਹੋਇਆ? ਜੇ ਪਤਾ ਸੀ ਤਾਂ ਫਿਰ ਆਖਰਕਾਰ ਤੁਹਾਨੂੰ ਨਹੀਂ ਲੱਗਿਆ ਕਿ ਆਖਰਕਾਰ ਵੀ ਤੁਸੀਂ ਕੀ ਕਰਨ ਜਾ ਰਹੇ ਹੋ? ਹਾਂਜੀ ਮੈਨੂੰ ਪਤਾ ਸੀ, ਬਟ ਇਹ ਕਹਿੰਦੇ ਮੇਰਾ ਕੋਈ ਮਤਲਬ ਨਹੀਂ ਹੈਗਾ ਮੇਰੀ ਫਸਟ ਵਾਈਫ ਨਾਲ, ਕਿਸੇ ਵੀ ਚੀਜ਼ ਦਾ ਕੋਈ ਸਿਸਟਮ ਨਹੀਂ ਹੈਗਾ ਉਹਦੇ ਨਾਲ, ਤੇ ਮੈਂ ਡਿਵੋਰਸ ਲੈ ਲੂੰਗਾ। ਮੈਂ ਕੋਈ ਗੱਲ ਨਹੀਂ, ਜੇ ਤੂੰ ਡਿਵੋਰਸ ਲੈ ਲੇਗਾ ਫਿਰ ਆਪਾਂ ਦੇਖਾਂਗੇ। ਤੇ ਫਿਰ ਇਹ ਕਹਿੰਦੇ ਵੀ ਮੈਂ ਡਿਵੋਰਸ ਲੈ ਕੇ ਆਪਣੇ ਕੋਲ ਰੱਖ ਲਿਆ ਵਾ, ਪਰ ਰਹੂਗੀ ਉੱਥੇ ਵੀ ਆਪਾਂ ਚਲੋ ਕੱਢਣਾ ਕਿਉਂ, ਬੱਚਿਆਂ ਦੀ ਮਾਂ। ਚਲੋ ਮੈਂ ਕਿਹਾ ਠੀਕ ਆ, ਮੈਂ ਐਗਰੀ ਕਰ ਗਈ। ਜਦੋਂ ਇਹਨਾਂ ਨੇ ਕਾਗਜ਼ ਫਿਲ ਕੀਤੇ ਉਹਦੇ ਤੇ ਇਹਨਾਂ ਨੇ ਮੇਰੀ ਇਨਫੋਰਮੇਸ਼ਨ ਨਹੀਂ ਪਾਈ, ਉਹਨਾਂ ਦਾ ਉਹ ਸਪਾਊਸ ਉਹਨਾਂ ਨੂੰ ਪਾਇਆ, ਤਾਂ ਫਿਰ ਉਦੋਂ ਥੋੜ੍ਹੀ ਜਿਹੀ ਡਿਸਪਿਊਟ ਚੱਲਣ ਲੱਗ ਗਿਆ ਇਸ ਚੀਜ਼ ਦਾ। ਮੈਂ ਕਿਹਾ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਹੈਗਾ, ਤੂੰ ਵੀ ਬਿਨਾਂ ਡਿਵੋਰਸ ਦਿੱਤੇ ਤੂੰ ਦੂਜਾ ਵਿਆਹ ਕਰਵਾਇਆ ਸੀ। ਉਸ ਰਾਤ ਨੂੰ ਹੀ ਇਹਨੇ ਮੈਨੂੰ ਕਹਿਤਾ ਸੀਗਾ, ਇਹਨੇ ਮੈਨੂੰ ਕੁੱਟਿਆ ਸੀਗਾ, ਮੇਰਾ ਗਲਾ ਵੀ ਘੁੱਟਿਆ ਸੀਗਾ, ਤੇ ਕਹਿੰਦਾ ਬਸ ਮੇਰਾ ਇੱਥੇ ਤੱਕ ਸਿਸਟਮ ਸੀ, ਬੜਾ ਬਰਦਾਸ਼ਤ ਕੀਤਾ। ਕਹਿੰਦਾ ਤੂੰ ਮੈਂ ਤੈਨੂੰ ਵੀ ਬੜਾ ਇੱਦਾਂ ਤੈਨੂੰ ਰੱਖਿਆ ਵੀ ਤੂੰ ਕਹਿੰਦੀ ਸੀ ਮੈਨੂੰ ਘਰ ਨਹੀਂ ਲੈ ਕੇ ਦਿੰਦਾ, ਘਰੇ ਨਹੀਂ ਲੈ ਕੇ ਜਾਂਦਾ। ਕਰਦੇ ਕਰਾਉਂਦੇ ਫਿਰ ਇਹਦੇ ਦੋਸਤਾਂ ਨੇ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਤੂੰ ਉਹਦੇ ਨਾਲ ਵਿਆਹ ਕਰਾਇਆ, ਐਟਲੀਸਟ ਉਹਨੂੰ ਘਰ ਤਾਂ ਲੈ ਕੇ ਦੇ, ਉਹ ਜਾਵੇ ਕਿੱਥੇ, ਵਿਆਹ ਕਰਾਇਆ ਤੂੰ ਉਹਦੇ ਨਾਲ, ਵੀ ਤੂੰ ਕੁਛ ਤਾਂ ਉਹ ਸਿਸਟਮ 'ਚ ਸੋਚ। ਕਹਿੰਦੇ ਵੀ ਬਲੈਕਮੇਲ, ਐਲੀਗੇਸ਼ਨ ਮੈਂ ਕਾਹਦਾ ਲਾਤਾ, ਆਲਰੇਡੀ ਮੈਂ ਇਹਦੇ ਨਾਲ ਵਿਆਹੀ ਤਾਂ ਹੋਈ ਹਾਂ। ਫੋਟੋਆਂ ਪਾਉਣ 'ਤੇ ਡਿਸਪਿਊਟ ਹੋਇਆ, ਜਦ ਸਭ ਨੂੰ ਪਤਾ ਜਿਹੜਾ ਬੰਦਾ ਚੋਰ ਹੋਏ ਪ੍ਰੋਬਲਮ ਕਿਹਨੂੰ ਆਉਂਦੀ ਆ, ਉਹਨੂੰ ਆਉਂਦੀ ਹੈ ਨਾ। ਪ੍ਰੋਬਲਮ ਕਿਹਨੂੰ ਆਈ, ਇਹਨੂੰ ਆਈ। ਫੋਟੋ ਮੈਂ ਆਪਣੀ ਪਰਸਨਲ ID 'ਤੇ ਪਾਈਆਂ ਸੀ, ਮੇਰੀ ਮੈਰਿਜ ਐਨਵਰਸਰੀ ਸੀ, ਮੈਂ ਸ਼ੇਅਰ ਕੀਤੀਆਂ। ਉਸ ਚੀਜ਼ ਤੋਂ ਹੀ ਮਸਲਾ ਥੋੜ੍ਹਾ ਖਰਾਬ ਹੋ ਗਿਆ। ਰਹੀ ਗੱਲ ਬਲੈਕਮੇਲ ਦੀ, ਬਲੈਕਮੇਲ ਕਿਉਂ, ਮੈਂ ਤਾਂ ਉਹਦੀ ਵਾਈਫ ਹਾਂ, ਮੈਂ ਬਲੈਕਮੇਲ ਕੀ ਕਰੂੰਗੀ, ਠੀਕ ਹੈ ਨਾ। ਮੈਂ ਤਾਂ ਲੀਗਲੀ ਉਹਦੀ ਵਾਈਫ ਹਾਂ, ਤੇ ਸ਼ੋਸ਼ਣ ਤਾਂ ਮੇਰਾ ਹੋ ਰਿਹਾ ਵਾ, ਹਰਾਸਮੈਂਟ ਮੇਰੀ ਹੋ ਰਹੀ ਆ। ਮੈਂ ਚਲੋ ਪ੍ਰੀਕਾਸ਼ਨ ਆਪਣੀ ਇਹ ਸਮਝਦੇ ਹੋਣਗੇ, ਇਹਨਾਂ ਦੇ ਰਿਸ਼ਤੇਦਾਰਾਂ ਨੇ ਜ਼ਰੂਰ ਮੈਨੂੰ ਥ੍ਰੈਟਸ ਮੈਸੇਜ ਭੇਜੇ ਨੇ, ਤੇ ਖੱਬੇ ਸੱਜਿਓਂ ਆਫਰ ਆਈਆਂ, ਚੁੱਪ ਕਰ ਜਾਓ, ਇੱਦਾਂ ਹੋ ਜੂ, ਨਹੀਂ ਤਾਂ ਐਂ ਹੋ ਜੂ, ਆਏ ਨਹੀਂ ਤਾਂ ਫਿਰ ਐਂ ਹੋ ਜੂ, ਇੱਦਾਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈਗੀ, ਹੁਣ ਜੋ ਬੋਲ ਰਿਹਾ ਮੈਂ ਪ੍ਰੂਫ ਕਰ ਸਕਦੀ ਤਾਂ ਹੀ ਮੈਂ ਬੋਲਦੀ ਹਾਂ। ਇਹ ਵੀ ਉਹਨਾਂ ਕੀ ਬੋਲਣ ਜਿੰਨਾ ਕਿ ਪ੍ਰੂਫ ਕਰ ਸਕਦੇ ਹੋ। ਦੇਖੋ ਜੀ, ਇਹ ਪਿਸਟਲ ਮੇਰੇ ਕੋਲ 7-8 ਸਾਲ ਤੋਂ ਆ, ਮੇਰਾ ਲਾਇਸੈਂਸ ਸੀ ਇਹ ਅਸਲਾ ਹੈਗਾ। ਮੈਂ ਇਹਨੂੰ ਹਮੇਸ਼ਾ ਕੈਰੀ ਕਰਕੇ ਰੱਖਦੀ ਹਾਂ ਆਪਣੇ ਨਾਲ, ਕਿਉਂਕਿ ਮੈਂ ਇੱਕ ਸਿੰਗਲ ਮੌਮ ਆ, ਤੇ ਉਹਦੇ ਹਿਸਾਬ ਨਾਲ ਸਾਰੇ ਕੰਮ ਜੋ ਵੀ ਆ ਘਰ ਦੇ ਸਾਰੇ ਬਾਹਰ ਮੈਨੂੰ ਅੰਦਰ ਜਾਣਾ ਪੈਂਦਾ ਸੀ, ਕਿਉਂਕਿ ਜਦੋਂ ਰਾਤਾਂ ਨੂੰ ਇਹਦੇ ਨਾਲ ਜਾਣਾ ਉੱਥੇ MP UP ਤਾਂ ਮਤਲਬ ਉਹ ਚੀਜ਼ਾਂ ਨਾ ਹੋ ਜਾਂਦੀਆਂ ਹੁੰਦੀਆਂ। ਘਰੇ ਵੀ ਇਕੱਲਾ ਬੱਚਾ ਰਹਿੰਦਾ ਹੁੰਦਾ, ਜਦੋਂ ਇਕੱਲਾ ਘਰੇ ਰਹੇ ਤਾਂ ਉਹਨੂੰ ਆਪਣੀ ਪ੍ਰੀਕਾਸ਼ਨ ਲਈ ਇਹ ਚੀਜ਼ਾਂ ਰੱਖਣੀਆਂ ਜ਼ਰੂਰੀ ਆ, ਵੀ ਅੱਜ ਕੱਲ੍ਹ ਜ਼ਮਾਨੇ ਵਿੱਚ। ਇੱਕ ਜੀ ਹੋਰ ਦੱਸੋ, ਉਹਨਾਂ ਦੇ ਵਾਈਫ ਨੂੰ ਕਦੇ ਮਿਲੇ ਤੁਸੀਂ? ਆਖਰਕਾਰ ਚਲੋ ਬੇਸ਼ੱਕ ਤੁਹਾਡਾ ਕਿਸ ਤਰ੍ਹਾਂ ਦੇ ਵੀ ਰਿਲੇਸ਼ਨ? ਵਾਈਫ ਇਹਨਾਂ ਦੇ ਮੈਂ ਘਰੇ 1-2 ਵਾਰ ਗਈ ਸੀ, ਉਸ ਟਾਈਮ ਫੇਸ ਟੂ ਫੇਸ ਥੋੜ੍ਹਾ ਟਾਈਮ ਹੋਇਆ, ਅਦਰਵਾਈਜ਼ ਮੇਰਾ ਤੁਹਾਡੇ ਰਿਸ਼ਤੇ ਦਾ ਸਾਰਾ ਕੁਝ ਪਤਾ, ਉਹ ਸਭ ਇਹਨਾਂ ਨਾਲ ਸਿਸਟਮ ਠੀਕ ਆ, ਓਕੇ, ਇਹਨਾਂ ਦਾ ਸਾਰਾ ਸਭ ਨੂੰ ਪਤਾ। ਪੱਲਿਓਂ ਸਾਰਾ ਕੁਝ ਇਹਨਾਂ ਨੂੰ ਖਵਾਇਆ ਉਸ ਟਾਈਮ, ਜਦੋਂ ਇਹ ਫਾਈਨੈਂਸ਼ਲੀ ਬਿਲਕੁਲ ਜ਼ੀਰੋ ਸੀਗੇ। ਉਸ ਟਾਈਮ ਮੈਂ ਸਾਰਾ ਕੁਝ ਆਪਣੇ ਜੌਬ ਛੱਡ ਕੇ
ਸਾਰਾ ਕੁਝ ਇਹਨਾਂ ਨੂੰ ਪੈਸੇ ਖਵਾਏ ਜਦੋਂ ਇਹ ਜ਼ੀਰੋ ਬੰਦਾ ਸੀਗਾ। ਹੁਣ ਅਚਾਨਕ ਇਹਨੂੰ ਰਾਈਜ਼ ਹੋ ਕੇ ਪਤਾ ਨਹੀਂ ਕੀ ਫੀਲਿੰਗ ਚੜ ਗਈ, ਸਮਝ ਨਹੀਂ ਲੱਗਦੀ। ਤੇ ਹੁਣ ਕਹਿੰਦਾ ਵੀ ਤੁਸੀਂ ਇਦਾਂ ਨਹੀਂ ਆਏ, ਨਹੀਂ ਇਦਾਂ ਨਹੀਂ ਆਏ ਇਦਾਂ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅੱਜ ਸਵੇਰ ਤੋਂ ਹੀ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਕਿ ਸਨੌਰ ਵਾਲੇ ਐਮਐਲਏ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਲੈ ਕੇ ਇੱਕ ਸ਼ਿਕਾਇਤ ਜਾਂਦੀ ਹੈ ਜ਼ੀਰਕਪੁਰ ਥਾਣੇ ਦੇ ਵਿੱਚ, ਤੇ ਉਹ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਇੱਕ ਮਹਿਲਾ ਦੇ ਵੱਲੋਂ, ਜਿਨ੍ਹਾਂ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਮੈਂ ਇਹਨਾਂ ਦੀ ਪਤਨੀ ਆ, ਮੇਰੇ ਨਾਲ ਮਾਰਕੁੱਟ ਵੀ ਹੋਈ, ਪਹਿਲਾਂ ਵੀ ਵਿਆਹ ਹੈ ਜਿਹੜਾ ਹੋਇਆ ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ। ਸਾਡੇ ਨਾਲ ਮੈਡਮ ਹੈਗੇ ਨੇ ਮੌਜੂਦ ਹੁਣ, ਗੁਰਪ੍ਰੀਤ ਕੌਰ, ਜਿਨ੍ਹਾਂ ਨੇ ਉਹ ਐਪਲੀਕੇਸ਼ਨ ਦਿੱਤੀ। ਪਰ ਆਖਰਕਾਰ ਸੱਚਾਈ ਕਿੰਨੀ ਕੁ ਇਹਦੇ 'ਚ, ਕਿਉਂਕਿ ਉਸ ਤੋਂ ਬਾਅਦ ਸਾਡੇ ਚੈਨਲ ਦੇ ਸੋਰਸਿਸ ਨੇ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਕਰੀ ਤਾਂ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਤਾਂ ਕੋਈ ਸਾਜ਼ਿਸ਼ ਲੱਗਦੀ ਆ, ਕਿਉਂਕਿ ਇੱਕ ਵੀਡੀਓ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਖੈਰ ਉਹ ਸਪਸ਼ਟ ਨਹੀਂ ਹੋਇਆ ਹਜੇ ਵੀ ਉਹਨਾਂ ਦਾ ਜਾਂ ਕਿਸੇ ਹੋਰ ਦਾ। ਮੈਡਮ, ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ? ਕਿਉਂਕਿ ਤੁਹਾਡੇ ਵੱਲੋਂ ਜਿਹੜੀ ਫਸਟ ਐਪਲੀਕੇਸ਼ਨ ਹੁੰਦੀ ਆ, ਸਾਰੇ ਹੈਰਾਨ ਮੰਨੇ ਜਾਂਦੇ ਨੇ ਵੀ ਇਹ ਕੀ ਗੱਲ ਹੋਈ ਇੱਕ ਐਮਐਲਏ ਦੇ ਖਿਲਾਫ, ਕਿਉਂਕਿ ਪੋਲੀਟੀਸ਼ੀਅਨਸ ਜਦੋਂ ਹੁੰਦੇ ਨੇ, ਕੋਈ ਵੱਡਾ ਲੀਡਰ ਹੈ ਜਾਂ ਜਦੋਂ ਐਮਐਲਏ ਬਣ ਗਿਆ ਉਹ ਆਪਣੇ ਆਪ ਦੇ ਵਿੱਚ ਵੱਡਾ ਹੋ ਗਿਆ, ਉਹਦੇ ਤੇ ਐਲੀਗੇਸ਼ਨ ਬੜੇ ਨਾਜ਼ੁਕਤਾ ਦੇ ਨਾਲ ਦੇਖੇ ਜਾਂਦੇ ਨੇ। ਪਹਿਲਾਂ ਤਾਂ ਇਹ ਦੱਸੋ, ਜਿਹੜੀ ਐਪਲੀਕੇਸ਼ਨ ਤੁਸੀਂ ਦਿੱਤੀ ਸੱਚੀ ਉਹਨਾਂ ਦੇ ਵਾਈਫ ਹੋ? ਹਾਂਜੀ, ਵਾਈਫ ਆ ਮੇਰੇ। ਇਹਨਾਂ ਨਾਲ ਹੈਗੇ ਨੇ 12-13 ਸਾਲ ਤੋਂ ਰਿਲੇਸ਼ਨ ਨੇ, ਤੇ 2011-12 ਤੋਂ ਮੈਂ ਇਨ ਟੱਚ ਇਹਨਾਂ ਨਾਲ। ਮੈਂ ਇਹਨਾਂ ਨਾਲ ਯੂਪੀ ਜਾਂਦੀ ਰਹੀ ਹਾਂ, ਇਹਨਾਂ ਦੀ ਜ਼ਮੀਨ ਤੇ ਐਮਪੀ ਜਾਂਦੀ ਰਹੀ ਹਾਂ। ਉੱਥੇ ਸਾਰਾ ਸਿਸਟਮ ਮਤਲਬ ਜੋ ਹੁੰਦਾ ਸੀ ਖੇਤੀਬਾੜੀ ਦਾ, ਜੋ ਸਾਰਾ ਸਿਸਟਮ ਇਹ ਕਰਦੇ ਸੀਗੇ, ਨਾਲ ਜਾਂਦੀ ਰਹੀ ਹਾਂ। ਤੇ 8-10 ਸਾਲਾਂ ਬਾਅਦ ਅਚਾਨਕ ਜਦੋਂ ਇਹਨਾਂ ਨੂੰ ਟਿਕਟ ਡਿਕਲੇਅਰ ਹੋ ਜਾਂਦੀ ਆ, ਤਾਂ ਫਿਰ ਇਹਨਾਂ ਨੇ ਮੈਨੂੰ ਵਿਆਹ ਦਾ ਸਰਪ੍ਰਾਈਜ਼ ਦਿੱਤਾ। ਵਿਆਹ ਤਾਂ ਪਹਿਲਾਂ ਹੀ ਸਾਡੇ ਘਰ ਦੇ ਕਹਿ ਰਹੇ ਸੀ ਵੀ ਤੁਸੀਂ ਜੇ ਨਹੀਂ ਕਰਨਾ ਤਾਂ ਜਵਾਬ ਦੇ ਦਿਓ, ਬਟ ਉਸ ਟਾਈਮ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਸੀਗਾ। ਅਚਾਨਕ ਹੁਣ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਸੀ ਸਾਲ ਪਹਿਲਾਂ ਵਿਆਹ ਦਾ, ਜਦੋਂ ਟਿਕਟ ਡਿਕਲੇਅਰ ਹੋ ਗਈ ਸੀਗੀ। ਇਹ ਯਾਨੀ ਕਿ ਜਦੋਂ ਟਿਕਟ ਡਿਕਲੇਅਰ ਹੋਈ, ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਵਿਆਹ ਹੋਇਆ ਤੁਹਾਡਾ? ਹਾਂਜੀ, ਜਦੋਂ ਵਿਆਹ ਬਾਅਦ ਵਿੱਚ ਹੋਇਆ, ਜਦੋਂ ਇਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਸੀ ਨਾ ਆਮ ਆਦਮੀ ਪਾਰਟੀ ਨੇ, ਉਦੋਂ ਇਹਨਾਂ ਨੇ ਮੈਨੂੰ ਵਿਆਹ ਦੀ ਆਫਰ ਦਿੱਤੀ ਸੀਗੀ। ਜਦੋਂ ਇਹਨਾਂ ਨੂੰ ਕਨਫਰਮ ਹੋ ਗਿਆ ਵੀ ਹਾਂ ਮੈਨੂੰ ਹੁਣ ਟਿਕਟ ਮਿਲੂਗੀ, ਤਾਂ ਇਹਨਾਂ ਨੇ ਨਾਲ ਦਿਆਂ ਨੇ ਕਹਿਤਾ ਹੋਣਾ ਵੀ ਜਿਹੜੇ ਹੁਣ ਇਹਨਾਂ ਦੇ ਸਲਾਹਕਾਰ ਨੇ ਵੀ ਤੁਸੀਂ ਕੱਲ ਨੂੰ ਕੋਈ ਗੱਲਬਾਤ ਨਾ ਹੋ ਜੇ, ਟਿਕਟ ਮਿਲ ਗਈ ਆ ਤਾਂ ਇਹਨੂੰ ਤੁਸੀਂ ਵਿਆਹ 'ਚ ਕਨਵਰਟ ਕਰ ਲਓ। ਤਾਂ ਅਚਾਨਕ ਇਹ 2 ਜਣੇ ਆਏ, ਇਹਨਾਂ ਨੇ ਗੁਰਦੁਆਰਾ ਸਾਹਿਬ 'ਚ ਆਨੰਦ ਲਏ, ਸਾਰਾ ਕੁਝ ਕਰਕੇ। ਹੋਇਆ ਕਿੱਥੇ ਸੀ ਜੀ ਤੁਹਾਡਾ ਆਨੰਦ ਕਾਰਜ? ਇਹ ਜੀ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਤਿਹਾੜਾ, ਉੱਥੇ ਗੁਰਦੁਆਰਾ ਸਾਹਿਬ ਆ, ਉੱਥੇ ਹੋਏ ਆ। ਉੱਥੇ ਫਿਰ ਗਏ ਕਿਵੇਂ ਤੁਸੀਂ? ਵੀ ਉੱਥੇ ਰਹਿੰਦੇ ਕਰਦੇ ਸੀ? ਕਿਉਂਕਿ ਆਪਾਂ ਨੂੰ ਹੁੰਦਾ ਵੀ ਜਿੱਥੇ ਬੰਦਾ ਰਹਿੰਦਾ ਹੁੰਦਾ ਉੱਥੇ ਦੇ ਨੇੜੇ ਤੇੜੀ ਕਿਤੇ ਥਾਵਾਂ ਤੇ ਜਾਂਦਾ ਅਮੂਮਨ ਤੌਰ ਤੇ। ਇਹਨਾਂ ਦੀ ਮੇਨ ਡਿਮਾਂਡ ਇਹ ਸੀਗੀ ਵੀ ਆਪਾਂ ਉਹ ਗੁਰਦੁਆਰਾ ਸਾਹਿਬ ਚੂਜ਼ ਕਰਨਾ ਜਿੱਥੇ ਸੀਸੀਟੀਵੀ ਕੈਮਰੇ ਨਾਲ ਲੱਗੇ ਹੋਣਗੇ। ਇਹ ਕਹਿੰਦੇ ਵੀ ਮੈਂ ਕੋਈ ਸਬੂਤ ਨਹੀਂ ਛੱਡਣਾ ਚਾਹੁੰਦਾ ਵੀ ਮੈਂ ਤੇਰੇ ਨਾਲ ਵਿਆਹ ਕੀਤਾ। ਤੇ ਫਿਰ ਤੁਹਾਨੂੰ ਨਹੀਂ ਲੱਗਿਆ ਉਸ ਸਮੇਂ ਦੇ ਦੌਰਾਨ ਵੀ ਇਹ ਤਾਂ ਜਦੋਂ ਅੱਜ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਹੈਗੇ, ਤੇ ਨਾਲ ਜਿਵੇਂ ਹੁਣ ਤੁਸੀਂ ਫੋਟੋਆਂ ਦਿਖਾ ਰਹੇ ਹੋ, ਤੇ ਫੋਟੋਆਂ ਦਾ ਵੀ ਦੇਖਿਆ ਜਾਵੇ ਸਬੂਤ ਹੀ ਹੈ ਇੱਕ ਤਰ੍ਹਾਂ ਦਾ, ਤੇ ਨਾਲ ਉਹ ਵੀ ਮੇਰੇ ਨਾਲ ਕਦੇ ਵੀ ਧੋਖਾ ਹੋ ਸਕਦਾ। ਬਿਲਕੁਲ, ਤੁਸੀਂ ਇਹ ਪੁਆਇੰਟ ਕੀਤਾ। ਮੈਂ ਇਹ ਕਹਿੰਦੇ ਵੀ, ਮੈਂ ਕਿਹਾ ਵੀ ਫੋਟੋਆਂ ਚਲੋ, ਮੈਂ ਕਿਹਾ ਵੀ ਅਸੀਂ ਤਾਂ ਖਿੱਚਾਂਗੇ ਫੋਟੋਆਂ, ਅਸੀਂ ਆਪਣੇ ਕੋਲ ਰੱਖਾਂਗੇ। ਤੇ ਸੀਸੀਟੀਵੀ ਵੈਸੇ ਇਹਨਾਂ ਨੂੰ ਪਤਾ ਨਹੀਂ ਲੱਗਿਆ, ਸੀਸੀਟੀਵੀ ਕੈਮਰੇ 20 ਸੀਗੇ ਗੁਰਦੁਆਰਾ ਸਾਹਿਬ 'ਚ, ਤੇ ਉਹ ਜਿਹੜੀ ਫੋਟੋ ਅਸੀਂ ਆਪਣੀਆਂ ਕਲਿੱਕ ਕੀਤੀਆਂ। ਤੇ ਇਹਨਾਂ ਨੂੰ ਆਏ ਸੀ ਵੀ ਕੋਈ ਮੇਰਾ ਫਾਇਦਾ ਨਾ ਉਠਾ ਲੇ, ਇਸ ਚੀਜ਼ ਨੂੰ ਬੜੀ ਪ੍ਰੀਕਾਸ਼ਨ ਲੈ ਕੇ ਚੱਲ ਰਹੇ ਸੀ ਉਸ ਟਾਈਮ, ਇਸ ਕਰਕੇ ਮੈਂ ਇਹਨਾਂ ਦਾ ਸਾਥ ਦਿੱਤਾ ਸੀਗਾ। ਤੇ ਇਹ ਜਿਹੜੀ ਸ਼ੁਰੂਆਤ ਤੁਹਾਡੇ ਨਾਲ ਪ੍ਰੇਮ ਕਹਾਣੀ ਕਦੋਂ ਸ਼ੁਰੂਆਤ ਹੋਈ? ਤੁਹਾਡੇ ਨਾਲ ਕਦੋਂ ਟੱਚ ਦੇ ਵਿੱਚ ਆਉਂਦੇ ਨੇਗੇ ਕਿ ਆਖਰਕਾਰ ਜੋ ਤੁਸੀਂ ਕਹਿੰਦੇ ਹੋ 12-13 ਸਾਲ ਦਾ ਬੜਾ ਲੰਬਾ ਵਕਫਾ ਹੁੰਦਾ? ਹਾਂਜੀ, ਇਹ ਜੀ 2012 ਦੇ ਐਂਡ ਤੋਂ ਮੇਰੇ ਨਾਲ ਇਨ ਟੱਚ ਨੇ। ਤੇ ਮੁਲਾਕਾਤ ਕਿੱਥੇ ਹੋਈ ਤੁਹਾਡੀ ਵੀਰੇ? ਮੁਲਾਕਾਤ ਸਾਡੀ ਜਗਰਾਉਂ ਹੋਈ ਸੀਗੀ, ਮੋਗੇ ਕੋਲ। ਉਦੋਂ ਸਿਆਸੀ ਧਿਰ ਸੀ ਕੋਈ ਜਾਂ ਵੈਸੇ ਹੀ ਉਦੋਂ ਨਾਰਮਲ ਹੀ ਜ਼ਿੰਦਗੀ ਸੀ? ਨਹੀਂ, ਮੇਰੀ ਤਾਂ ਨਾਰਮਲੀ ਹੀ ਜ਼ਿੰਦਗੀ ਸੀਗੀ। ਮੈਂ ਤਾਂ ਆਪਣੀ ਜੌਬ ਕਰ ਰਹੀ ਸੀਗੀ ਇੰਜੀਨੀਅਰਿੰਗ ਕਾਲਜ ਦੇ ਵਿੱਚ, ਤੇ ਇਹ ਤਾਂ ਸ਼ਾਇਦ ਮੇਰੇ ਖਿਆਲ ਟੱਚ ਸੀਗੇ, ਜਦ ਮੈਨੂੰ ਪਤਾ ਨਹੀਂ ਸੀ, ਬਟ ਮੇਰੇ ਖਿਆਲ ਸ਼ਾਇਦ ਟੱਚ ਹੀ ਸੀਗੇ ਅਕਾਲੀ ਦਲ ਨਾਲ ਸ਼ਾਇਦ। ਅੱਛਾ, ਹਾਂਜੀ। ਤੇ ਫਿਰ ਕਿਉਂਕਿ ਜਿਹੜੇ ਬੰਦੇ ਦਾ ਜਿਵੇਂ ਹੁਣ ਤੁਹਾਨੂੰ ਵਿਆਹ ਦਾ ਪਹਿਲਾਂ ਤਾਂ ਪਤਾ ਸੀ ਵੀ ਇਹਨਾਂ ਦਾ ਵਿਆਹ ਹੋਇਆ, ਜੇ ਪਤਾ ਸੀ ਤਾਂ ਫਿਰ ਆਖਰਕਾਰ ਤੁਹਾਨੂੰ ਨਹੀਂ ਲੱਗਿਆ ਕਿ ਆਖਰਕਾਰ ਵੀ ਤੁਸੀਂ ਕੀ ਕਰਨ ਜਾ ਰਹੇ ਹੋ? ਹਾਂਜੀ, ਮੈਨੂੰ ਪਤਾ ਸੀ, ਬਟ ਇਹ ਕਹਿੰਦੇ ਮੇਰਾ ਕੋਈ ਮਤਲਬ ਨਹੀਂ ਹੈਗਾ ਮੇਰੀ ਫਸਟ ਵਾਈਫ ਨਾਲ, ਕਿਸੇ ਵੀ ਚੀਜ਼ ਦਾ ਕੋਈ ਸਿਸਟਮ ਨਹੀਂ ਹੈਗਾ ਉਹਦੇ ਨਾਲ, ਤੇ ਮੈਂ ਡਿਵੋਰਸ ਲੈ ਲੂੰਗਾ। ਮੈਂ ਕੋਈ ਗੱਲ ਨਹੀਂ, ਜੇ ਤੂੰ ਡਿਵੋਰਸ ਲੈ ਲੇਗਾ ਫਿਰ ਆਪਾਂ ਦੇਖਾਂਗੇ। ਤੇ ਫਿਰ ਇਹ ਕਹਿੰਦੇ ਵੀ ਮੈਂ ਡਿਵੋਰਸ ਲੈ ਕੇ ਆਪਣੇ ਕੋਲ ਰੱਖ ਲਿਆ ਵਾ, ਪਰ ਰਹੂਗੀ ਉੱਥੇ ਵੀ ਆਪਾਂ, ਚਲੋ ਕੱਢਣਾ ਕਿਉਂ, ਬੱਚਿਆਂ ਦੀ ਮਾਂ। ਚਲੋ ਮੈਂ ਕਿਹਾ ਠੀਕ ਆ, ਮੈਂ ਐਗਰੀ ਕਰ ਗਈ। ਜਦੋਂ ਇਹਨਾਂ ਨੇ ਕਾਗਜ਼ ਫਿਲ ਕੀਤੇ ਉਹਦੇ 'ਤੇ ਇਹਨਾਂ ਨੇ ਮੇਰੀ ਇਨਫੋਰਮੇਸ਼ਨ ਨਹੀਂ ਪਾਈ, ਉਹਨਾਂ ਦਾ ਉਹ ਸਪਾਊਸ ਉਹਨਾਂ ਨੂੰ ਪਾਇਆ, ਤਾਂ ਫਿਰ ਉਦੋਂ ਥੋੜ੍ਹੀ ਜਿਹੀ ਡਿਸਪਿਊਟ ਚੱਲਣ ਲੱਗ ਗਿਆ ਇਸ ਚੀਜ਼ ਦਾ। ਮੈਂ ਕਿਹਾ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਹੈਗਾ, ਤੂੰ ਵੀ ਬਿਨਾਂ ਡਿਵੋਰਸ ਦਿੱਤੇ ਤੂੰ ਦੂਜਾ ਵਿਆਹ ਕਰਵਾਇਆ। ਹਾਂਜੀ,
ਤੇ ਫਿਰ ਇਹ ਚੀਜ਼ਾਂ ਜਦੋਂ ਸ਼ੁਰੂਆਤ ਹੋਈਆਂ, ਇਹ ਦੌਰ ਚੱਲਦੇ ਨੂੰ ਜੇ ਕਹੀਏ ਕਿ ਕਈ ਮਹੀਨੇ ਲੰਘ ਚੁੱਕੇ ਨੇ ਸਰਕਾਰ ਬਣੇ, ਇਟ ਮੀਨਸ ਕਹਿਣ ਦਾ ਮਤਲਬ ਕਿ ਉਦੋਂ ਹੀ ਚੋਣਾਂ ਹੋਈਆਂ, ਤਾਂ ਇਹ ਉਦੋਂ ਦਾ ਹੀ ਫਿਰ ਤੁਹਾਡਾ ਰੌਲਾ ਚੱਲਿਆ ਰਿਹਾ? ਹਾਂਜੀ, ਅਸਲ 'ਚ ਰੌਲਾ ਉਦੋਂ ਚੱਲਿਆ ਜਦੋਂ ਇਹਨਾਂ ਨਾਲ ਫਾਈਨਲਾਈਜ਼ ਜਿਹੜੀ VOTING ਸੀ ਉਹ ਪ੍ਰੋਪਰ ਖਤਮ ਹੋ ਗਈ ਸੀਗੀ। ਮੀਨਸ ਟੂ ਸੇ ਵੀ ਜਿਹੜੇ ਇਹਨਾਂ ਦੇ ਸਰਕਾਰ ਦੀਆਂ ਵੋਟਾਂ ਸੀਗੀਆਂ, ਸਰਕਾਰ ਵਾਲੀਆਂ ਵੀ ਪੋਲਿੰਗ ਹੋ ਚੁੱਕੀ ਸੀ, ਉਸ ਰਾਤ ਨੂੰ ਹੀ ਇਹਨੇ ਮੈਨੂੰ ਕਹਿਤਾ ਸੀਗਾ, ਇਹਨੇ ਮੈਨੂੰ ਕੁੱਟਿਆ ਸੀਗਾ, ਮੇਰਾ ਗਲਾ ਵੀ ਕੁੱਟਿਆ ਸੀਗਾ, ਤੇ ਕਹਿੰਦਾ ਬਸ ਮੇਰਾ ਇੱਥੇ ਤੱਕ ਸਿਸਟਮ ਸੀ, ਬੜਾ ਬਰਦਾਸ਼ਤ ਕੀਤਾ, ਕਹਿੰਦਾ ਤੂੰ ਮੈਂ ਤੈਨੂੰ ਵੀ ਬੜਾ ਇਦਾਂ ਤੈਨੂੰ ਰੱਖਿਆ ਵੀ ਤੂੰ ਕਹਿੰਦੀ ਸੀ ਮੈਨੂੰ ਘਰ ਨਹੀਂ ਲੈ ਕੇ ਦਿੰਦਾ, ਘਰੇ ਨਹੀਂ ਲੈ ਕੇ ਜਾਂਦਾ। ਉਹ ਉਸ ਟਾਈਮ ਵਿਆਹ ਹੋਇਆ ਸੀਗਾ। ਤਾਂ ਦੈਨ ਕੀ ਹੋ ਗਿਆ, ਮੈਂ 112 ਨੰਬਰ 'ਤੇ ਕੀਤੀ ਸੀਗੀ ਕਾਲ, ਮਾਡਲ ਟਾਊਨ ਪੁਲਿਸ ਸਟੇਸ਼ਨ, ਉਹਦੀ ਮੇਰੇ ਕੋਲ ਹੈਗੀ ਆ ਐਪਲੀਕੇਸ਼ਨ ਦਾ ਨੰਬਰ ਜਿਹੜਾ ਆਨਲਾਈਨ ਆਉਂਦਾ। ਬਟ ਪੁਲਿਸ ਆਈ ਨਹੀਂ ਹੈਗੀ। ਉਹ ਇਹਨੇ ਕਹਿਤਾ ਵੀ ਸਾਡਾ ਘਰ ਦਾ ਮਸਲਾ ਵਾ। ਉਦੋਂ ਬਾਅਦ 'ਚੋਂ ਫਿਰ ਸੈਕਿੰਡ ਟਾਈਮ ਮੈਂ ਪੁਲਿਸ ਦੇ ਕੀਤਾ ਸੀ, ਉਹ ਵੀ ਫਿਰ ਇਹਨੇ ਕਿਹਾ ਨਹੀਂ, ਡਰਾਇਆ ਧਮਕਾਇਆ, ਤੈਨੂੰ ਇੱਦਾਂ ਕਰ ਦੂੰ ਉੱਦਾਂ ਕਰ ਦੂੰ, ਕਰਦੇ ਕਰਾਉਂਦੇ। ਫਿਰ ਇਹਦੇ ਦੋਸਤਾਂ ਨੇ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਤੂੰ ਉਹਦੇ ਨਾਲ ਵਿਆਹ ਕਰਾਇਆ, ਐਟਲੀਸਟ ਉਹਨੂੰ ਘਰ ਤਾਂ ਲੈ ਕੇ ਦੇ, ਉਹ ਜਾਵੇ ਕਿੱਥੇ, ਵਿਆਹ ਕਰਾਇਆ ਤੂੰ ਉਹਦੇ ਨਾਲ, ਵੀ ਤੂੰ ਕੁਛ ਤਾਂ ਉਹ ਸਿਸਟਮ 'ਚ ਸੋਚ। ਫਿਰ ਇਹਦੇ ਦਿਮਾਗ 'ਚ ਆਇਆ, ਫਿਰ ਇਹਨੇ ਇੱਥੇ ਸਪਲੈਂਡੇ ਦੇ ਵਿੱਚ ਫਲੈਟ ਲਿਆ, ਆਹ ਰੈਂਟਲ ਆ, ਸਾਹਮਣੇ ਬਣ ਰਿਹਾ ਵਾ, ਬਟ ਹਜੇ ਕੋਈ ਉਹਦਾ ਸਿਸਟਮ ਨਹੀਂ, ਕਦੋਂ ਬਣੂ ਕਦੋਂ ਨਹੀਂ। ਵੈਸੇ ਮੈਂ ਫਿਲਹਾਲ ਰੈਂਟਲ ਨਾਂ ਤੇ ਲਿਆ ਜਾਂ ਆਪਣੇ ਤੇ ਲਿਆ? ਨਹੀਂ, ਇਹਨਾਂ ਨੇ ਆਪਦੇ ਨਾਂ ਤੇ ਲਿਆ, ਆਪਣੇ ਨਾਮ ਤੇ ਇਹਨਾਂ ਦੇ। ਪਰ ਉਹ ਤਾਂ ਹੁਣ ਜਿਵੇਂ ਤੁਹਾਨੂੰ ਵੀ ਸੁਣਿਆ ਹੋਣਾ, ਜਿਵੇਂ ਮੈਂ ਸਟਾਰਟਿੰਗ 'ਚ ਬੋਲਿਆ, ਪਰ ਉਹ ਗੱਲ ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਖੈਰ ਜੇ ਦੇਖਿਆ ਜਾਵੇ ਕਿ ਲੀਡਰਾਂ 'ਤੇ ਐਲੀਗੇਸ਼ਨ ਲੱਗਦੇ ਰਹਿੰਦੇ ਨੇ, ਤੁਹਾਡੇ ਕੋਲ ਇੰਨੀ ਕੁ ਚੀਜ਼ਾਂ ਹੈਗੀਆਂ ਵੀ ਕੱਲ੍ਹ ਨੂੰ ਸਾਬਤ ਕਰ ਸਕੋ ਕਿ ਹਾਂ ਇਹ ਮੇਰੇ ਹਸਬੈਂਡ ਨੇ? ਜੀ, ਮੈਂ ਉਹੀ ਚੀਜ਼ ਹੀ ਆਪਣੇ ਮੂੰਹ 'ਚੋਂ ਸ਼ਬਦ ਕੱਢੂੰਗੀ ਜਿਹਨੂੰ ਮੈਂ ਪ੍ਰੂਫ ਕਰ ਸਕਦੀ ਹਾਂ। ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਲੈਕਮੇਲ, ਐਲੀਗੇਸ਼ਨ ਮੈਂ ਕਾਹਦਾ ਲਾਤਾ? ਆਲਰੇਡੀ ਮੈਂ ਇਹਦੇ ਨਾਲ ਵਿਆਹੀ ਤਾਂ ਹੋਈ ਹਾਂ। ਫੋਟੋਆਂ ਪਾਉਣ 'ਤੇ ਡਿਸਪਿਊਟ ਹੋਇਆ। ਜਦ ਸਭ ਨੂੰ ਪਤਾ ਜਿਹੜਾ ਬੰਦਾ ਚੋਰ ਹੋਏ ਪ੍ਰੋਬਲਮ ਕਿਹਨੂੰ ਆਉਂਦੀ ਆ? ਉਹਨੂੰ ਆਉਂਦੀ ਹੈ ਨਾ। ਪ੍ਰੋਬਲਮ ਕਿਹਨੂੰ ਆਈ? ਇਹਨੂੰ ਆਈ। ਫੋਟੋ ਕਿੱਥੇ ਪਾਈਆਂ? ਫੋਟੋ ਮੈਂ ਆਪਣੀ ਪਰਸਨਲ ID 'ਤੇ ਪਾਈਆਂ ਸੀ, ਮੇਰੀ ਮੈਰਿਜ ਐਨਵਰਸਰੀ ਸੀ, ਮੈਂ ਸ਼ੇਅਰ ਕੀਤੀਆਂ। ਉਸ ਚੀਜ਼ ਤੋਂ ਹੀ ਮਸਲਾ ਥੋੜ੍ਹਾ ਖਰਾਬ ਹੋ ਗਿਆ। ਰਹੀ ਗੱਲ ਬਲੈਕਮੇਲ ਦੀ, ਬਲੈਕਮੇਲ ਕਿਉਂ? ਮੈਂ ਤਾਂ ਉਹਦੀ ਵਾਈਫ ਹਾਂ, ਮੈਂ ਬਲੈਕਮੇਲ ਕੀ ਕਰੂੰਗੀ? ਠੀਕ ਹੈ ਨਾ, ਮੈਂ ਤਾਂ ਲੀਗਲੀ ਉਹਦੀ ਵਾਈਫ ਹਾਂ, ਅਤੇ ਸ਼ੋਸ਼ਣ ਤਾਂ ਮੇਰਾ ਹੋ ਰਿਹਾ ਵਾ, ਹਰਾਸਮੈਂਟ ਮੇਰੀ ਹੋ ਰਹੀ ਆ। ਪਰ ਦੂਜਾ ਦੇਖਿਆ ਜਾਵੇ, ਦੂਜਾ ਵਿਆਹ ਤਾਂ ਕਦੇ ਵੀ ਲੀਗਲੀ ਮੰਨਿਆ ਨਹੀਂ ਜਾਂਦਾ। ਮੈਡਮ ਤੁਸੀਂ ਕਿਹੜੇ ਹਿਸਾਬ ਦੇ ਨਾਲ ਮੰਨਦੇ ਹੋ ਵੀ ਅੱਜ ਤੁਹਾਡਾ ਲੀਗਲ ਮੈਰਿਜ ਹੈ? ਕਿਉਂਕਿ ਪੁਰਾਣਾ ਉਹਨਾਂ ਨੇ ਡਿਵੋਰਸ ਦਿੱਤਾ ਨਹੀਂ, ਉਹ ਤੁਹਾਨੂੰ ਵੀ ਪਤਾ ਹੀ ਲੱਗੀ ਗਿਆ ਕਹਿ ਰਹੇ ਹੁਣ, ਅਤੇ ਤੁਹਾਡੇ ਨਾਲ ਵਿਆਹ ਕਰਾ ਲਿਆ, ਤਾਂ ਕਹਿਣ ਦਾ ਮਤਲਬ ਲੀਗਲੀ ਤਾਂ ਤੁਸੀਂ ਵੀ ਉਹਨਾਂ ਦੇ ਵਾਈਫ ਨਾ ਹੋਏ। ਚਲੋ ਇਹ ਤਾਂ ਹੁਣ ਕਾਨੂੰਨ ਨੂੰ ਪਤਾ ਵੀ ਮੈਂ ਲੀਗਲੀ ਹੈ ਜਾਂ ਨਹੀਂ ਹੈ, ਕਿਉਂਕਿ ਜੋ ਉਹਨੇ ਸਿਸਟਮ ਵਿਆਹ ਦਾ ਮੇਰੇ ਨਾਲ ਕਾਰਵਾਈ ਕੀਤੀ ਹੈ, ਉਹੀ ਉਹਨੇ ਫਸਟ ਵਾਈਫ ਨਾਲ ਕਾਰਵਾਈ ਕੀਤੀ ਹੋਈ ਆ। ਇੱਕ ਗੱਲ ਹੋਰ ਧਿਆਨ 'ਚ ਆਉਂਦੀ ਹੈ, ਜਦੋਂ ਤੁਸੀਂ ਗੁਰਦੁਆਰਾ ਸਾਹਿਬ ਉੱਥੇ ਆਨੰਦ ਕਾਰਜ ਲਏ, ਦੇਖੋ ਆਪਾਂ ਜੇ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਤਰ੍ਹਾਂ ਦਾ ਨਾਲੇ ਰਿਸ਼ਤੇ ਪ੍ਰਵਾਨ ਹੁੰਦੇ ਨੇਗੇ, ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨਿਆ ਜਾਂਦਾ ਹੈਗਾ। ਉੱਥੇ ਇਨਫੋਰਮੇਸ਼ਨ ਦਿੱਤੀ, ਉੱਥੇ ਦੱਸਿਆ ਤੁਸੀਂ ਆਖਰ ਕਿਉਂਕਿ ਉਹ ਤਾਂ ਪਹਿਚਾਣ ਹੀ ਗਏ ਹੋਣੇ, ਇੰਨਾ ਕੁ ਤਾਂ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਵੀ ਜਿਹੜੇ ਉੱਥੇ ਮੌਜੂਦ ਹੋਣਗੇ ਜਿਨ੍ਹਾਂ ਨੇ ਕਰਵਾਏ ਹੋਣੇ ਆਨੰਦ ਕਾਰਜ, ਕਿ ਆਖਰ ਇਹ ਸੈਕਿੰਡ ਮੈਰਿਜ ਕਰਾ ਰਹੇ ਜਾਂ ਪਹਿਲਾਂ? ਉਹ ਵਿਚਾਰੇ, ਉਹਨਾਂ ਨੂੰ ਕੁਝ ਨਹੀਂ ਸੀ ਪਤਾ, ਉਹ ਇਹਨੂੰ ਜਾਣਦੇ ਨਹੀਂ ਸੀਗੇ, ਅਤੇ ਉਸ ਟਾਈਮ ਮੇਰੇ ਖਿਆਲ ਨਹੀਂ ਪਤਾ ਹੁੰਦਾ ਕਿਸੇ ਨੂੰ ਵੀ ਇਹ ਕੌਣ ਆ, ਕਿਵੇਂ ਨਹੀਂ। ਉਮਰ ਦੇ ਹਿਸਾਬ ਨਾਲ ਵੀ ਕੋਈ ਆਈਡੀਆ ਨਹੀਂ ਲੱਗਿਆ? ਉਮਰ ਦੇ ਹਿਸਾਬ ਨਾਲ ਹੁੰਦਾ ਹੋਊਗਾ, ਕੁਝ ਨਹੀਂ ਪੁੱਛਿਆ ਉਹਨਾਂ ਨੇ ਉਹ। ਹਾਂ, ਬਟ ਮੇਰੇ ਬਾਰੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਸਿੰਗਲ ਆ, ਡਿਵੋਰਸ ਹੀ ਆ, ਵੀ ਸ਼ਾਇਦ ਕੋਈ ਚਲੋ ਹੋ ਗਿਆ ਹੋਣਾ ਇਹਨਾਂ ਦਾ ਆਪਸ 'ਚ, ਆਨੰਦ ਕਾਰਜ ਹੋ ਗਿਆ। ਹਾਂਜੀ। ਅੱਛਾ, ਤੁਹਾਡਾ ਡਿਵੋਰਸ ਹੋਇਆ ਪਹਿਲਾਂ? ਹਾਂਜੀ। ਤੇ ਹੁਣ ਜਦੋਂ ਇਹ ਤੁਹਾਡੀ ਜਿਵੇਂ ਹੁਣ ਕੰਪਲੇਂਟ ਦੇ ਆਏ, ਉਦੋਂ ਬਾਅਦ ਕੋਈ ਗੱਲਬਾਤ ਹੋਈ, ਕੋਈ ਆਇਆ ਕੋਈ ਵੀ? ਚਲੋ ਹੁੰਦਾ ਕਈ ਵਾਰ ਇਹ ਆ ਵੀ ਗਰਮਾਈ 'ਚ ਅਗਲਾ ਕਰ ਜਾਂਦਾ, ਉਦੋਂ ਬਾਅਦ 'ਚ ਹੁੰਦਾ ਵੀ ਚਲੋ ਭਾਈ ਰਜਾਮੰਦੀ ਕਰ ਲਈਏ। ਹਾਂਜੀ, ਮੈਂ 2-3 ਵਾਰ ਫੋਨ ਕੀਤਾ, ਰਿਸਪੌਂਸ ਨਹੀਂ ਆਇਆ। ਚਲੋ ਪ੍ਰੀਕਾਸ਼ਨ ਆਪਣੀ ਇਹ ਸਮਝਦੇ ਹੋਣਗੇ, ਇਹਨਾਂ ਦੇ ਰਿਸ਼ਤੇਦਾਰਾਂ ਨੇ ਜ਼ਰੂਰ ਮੈਨੂੰ ਥ੍ਰੈਟਸ ਮੈਸੇਜ ਭੇਜੇ ਨੇ, ਅਤੇ ਖੱਬੇ ਸੱਜੇ ਆਫਰ ਆਈਆਂ, ਚੁੱਪ ਕਰ ਜਾਓ, ਇੱਦਾਂ ਹੋ ਜੂ, ਨਹੀਂ ਤਾਂ ਐਂ ਹੋ ਜੂ, ਆਏ ਨਹੀਂ ਤਾਂ ਫਿਰ ਐਂ ਹੋ ਜੂ, ਇੱਦਾਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈਗੀ, ਹੁਣ ਜੋ ਬੋਲ ਰਿਹਾ ਮੈਂ ਪ੍ਰੂਫ ਕਰ ਸਕਦੀ ਹਾਂ ਤਾਂ ਹੀ ਮੈਂ ਬੋਲਦੀ ਹਾਂ। ਇਹ ਵੀ ਉਹਨਾਂ ਕੀ ਬੋਲਣ ਜਿੰਨਾ ਕਿ ਪ੍ਰੂਫ ਕਰ ਸਕਦੇ ਹੋਣ। ਹਾਂਜੀ। ਪਰ ਇਹ ਜਦੋਂ ਹੁਣ ਤੁਸੀਂ ਸਾਰੀਆਂ ਚੀਜ਼ਾਂ ਜੇ ਕਿਹਾ ਜਾਵੇ, ਜਿਵੇਂ ਹੁਣ ਤਾਂ ਚਲੋ ਸਾਹਮਣੇ ਓਪਨਲੀ ਸਾਰਾ ਕਰਤਾ, ਮਾੜਾ ਜਿਹਾ ਦੱਸੋ ਕਿ ਇਹ ਜਿਹੜੀ ਨੌਬਤ ਕੰਪਲੇਂਟ ਦੇਣ ਦੀ ਆ ਗਈ, ਕਿਉਂਕਿ ਜਿਵੇਂ ਤੁਸੀਂ 4-5 ਮਹੀਨੇ ਹੋ ਗਏ ਲਗਾਤਾਰ ਰੌਲਾ ਚੱਲਦੇ, ਹੁਣ ਆਖਰਕਾਰ ਕੀ ਇੰਤਹਾ ਹੋਈ? ਤੁਹਾਨੂੰ ਲੱਗਿਆ ਵੀ ਨਹੀਂ ਇਦੋਂ ਬਾਅਦ ਤਾਂ ਖੈਰ ਮੈਨੂੰ ਹੁਣ ਆਖਰਕਾਰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ? ਹਾਂਜੀ, ਇਹਨੇ ਜਦੋਂ ਪਿਕਚਰਾਂ ਦਾ ਰੌਲਾ ਪਿਆ ਤਾਂ ਕਹਿੰਦਾ ਡਿਲੀਟ ਕਰ। ਮੈਂ ਕਿਹਾ ਵੀ ਮੈਂ ਡਿਲੀਟ ਨਹੀਂ ਕਰਨੀ ਆ, ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ, ਮੈਂ ਤੇਰੇ ਨਾਲ ਵਿਆਹ ਕੀਤਾ ਹੋਇਆ ਵੀ ਇੱਦਾਂ ਕਰਕੇ ਵੀ ਮੈਂ ਡਿਲੀਟ ਨਹੀਂ ਕਰਨੀ ਆ। ਮੈਂ ਆਪਣੀ ਸ਼ੇਅਰ ਕੀਤੀ ਸੀ ਐਨੀਵਰਸਰੀ ਦੀਆਂ। ਕਹਿੰਦਾ ਠੀਕ ਆ, ਚਲੋ ਫਿਰ ਮੈਂ ਨਹੀਂ ਆਉਂਦਾ ਤੇਰੇ ਕੋਲੇ। ਚਲੋ ਮੈਂ ਕਿਹਾ ਨਾ ਆਓ ਜੀ, ਚਲੇ ਗਿਆ। ਦੂਸਰੇ ਦਿਨ ਇਹਨਾਂ ਦੀ ਪਾਰਟੀ ਦੇ ਹੀ ਬੰਦੇ ਮੈਨੂੰ ਆਫਰ ਦੇਣ ਲੱਗੇ ਵੀ ਘਰ ਲੈ ਲਾ, ਇਹ ਲੈ ਲਾ, ਪੈਸੇ ਲੈ ਲਾ, ਕਾਗਜ਼ ਪੱਤਰ ਲਿਖ ਲਾ, ਪੜ੍ਹ ਲਾ, ਉਹ ਚੀਜ਼ਾਂ ਹੋਣ ਲੱਗ ਗਈਆਂ।
ਫਿਰ ਮੈਨੂੰ ਫੋਨ ਕੀਤਾ, ਨੇ ਕੰਟੈਕਟ ਨਹੀਂ ਕੀਤਾ, ਤੇ ਫਿਰ ਤਾਂ ਤੁਸੀਂ ਸਮਝ ਹੀ ਜਾਂਦੇ ਹੋ ਵੀ ਬੰਦਾ ਕੀ ਚਾਹੁੰਦਾ, ਆਪੋਜੀਸ਼ਨ ਵਾਲਾ ਜਾਂ ਕੁਝ ਵੀ ਹੈ, ਉਹ ਤਾਂ ਫਿਰ ਇੰਨਾ ਤਾਂ ਆਪਾਂ ਸਮਝ ਹੀ ਸਕਦੇ ਹਾਂ। ਹਾਂਜੀ। ਤੇ ਜਦੋਂ ਇਹ ਤੁਹਾਡਾ ਇੰਨਾ ਲੰਬਾ ਸਫ਼ਰ ਹੋ ਗਿਆ ਦੋਹੇ ਜਣਿਆਂ ਦਾ 12-13 ਸਾਲ ਦਾ, ਕੋਈ ਜਵਾਕ ਵੀ ਹੈ ਫਿਰ ਤੁਹਾਡੇ ਦੋਨਾਂ ਦੇ ਇਸ ਰਿਲੇਸ਼ਨ ਦਾ? ਨਹੀਂ, ਜਵਾਕ ਹੈ ਨਹੀਂ, ਮਿਸਕੈਰੇਜ ਸੀਗਾ। ਜਵਾਕ ਕੋਈ ਨਹੀਂ, ਮੇਰੇ ਇੱਕ ਬੇਟੀ ਆ, ਇਹਨਾਂ ਦੇ 2 ਬੱਚੇ ਨੇ। ਉਹ ਸਾਡੀ ਉਹ ਸਾਡੀ ਰਜ਼ਾਮੰਦੀ ਸੀਗੀ ਵੀ ਚਲੋ ਕੋਈ ਨਹੀਂ, ਬੱਚੇ ਦੀ ਕੋਈ ਡੀ ਸਿਸਟਮ ਨਹੀਂ ਸੀਗਾ। ਤੇ ਹਥਿਆਰ ਨਾਲ ਰੱਖਿਆ ਹੋਇਆ, ਤੁਹਾਨੂੰ ਕੀ ਡਰ ਲੱਗਦਾ ਕਿ ਆਖਰਕਾਰ ਕਿਤੇ ਨਾ ਕਿਤੇ ਕੁਝ ਵੀ ਹੋ ਸਕਦਾ? ਦੇਖੋ, ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਹੈਗੇ ਆ, ਥ੍ਰੈਟਿੰਗਸ ਮੈਨੂੰ ਆ ਬੜਾ ਤੁਸੀਂ ਜਿਵੇਂ ਸਾਹਮਣੇ ਰੱਖਿਆ ਵੀ ਕਹਿੰਦਾ ਮਤਲਬ ਜਦੋਂ ਬੰਦੇ ਨੂੰ ਇੱਕ ਤਾਂ ਚਲੋ ਠੀਕ ਹੈ ਵੀ ਤੁਹਾਡਾ ਜਿਸ ਤਰ੍ਹਾਂ ਦੇ ਨਾਲ ਡਿਸਪਿਊਟ ਹੋਣ ਪਿਆ, ਤੁਸੀਂ ਓਪਨਲੀ ਆਏ ਹੋਗੇ, ਇੱਕ ਲੇਡੀ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਆ ਆਪਣੀ ਇੱਜ਼ਤ ਦਾ ਸਾਹਮਣੇ ਰੱਖਣਾ ਕਿ ਆਖਰਕਾਰ ਇਸ ਤਰ੍ਹਾਂ ਦੇ ਨਾਲ ਸੀ। ਤੇ ਕੀ ਡਰ ਵੀ ਲੱਗਦਾ ਤੁਹਾਨੂੰ ਕਿ ਆਖਰਕਾਰ ਕਿਤੇ ਨਾ ਕਿਤੇ ਕੁਝ ਹੋ ਸਕਦਾ? ਦੇਖੋ ਜੀ, ਇਹ ਪਿਸਟਲ ਮੇਰੇ ਕੋਲ 7-8 ਸਾਲ ਤੋਂ ਆ, ਮੇਰਾ ਲਾਇਸੈਂਸ ਹੀ ਇਹ ਅਸਲਾ ਹੈਗਾ। ਮੈਂ ਇਹਨੂੰ ਹਮੇਸ਼ਾ ਕੈਰੀ ਕਰਕੇ ਰੱਖਦੀ ਹਾਂ ਆਪਣੇ ਨਾਲ, ਕਿਉਂਕਿ ਮੈਂ ਇੱਕ ਸਿੰਗਲ ਮੌਮ ਆ, ਤੇ ਉਹਦੇ ਹਿਸਾਬ ਨਾਲ ਸਾਰੇ ਕੰਮ ਜੋ ਵੀ ਆ ਘਰ ਦੇ ਸਾਰੇ ਬਾਹਰ ਮੈਨੂੰ ਅੰਦਰ ਜਾਣਾ ਪੈਂਦਾ ਸੀ, ਕਿਉਂਕਿ ਜਦੋਂ ਰਾਤਾਂ ਨੂੰ ਇਹਦੇ ਨਾਲ ਜਾਣਾ ਉੱਥੇ MP UP, ਤਾਂ ਮਤਲਬ ਉਹ ਚੀਜ਼ਾਂ ਨਾ ਹੋ ਜਾਂਦੀਆਂ ਹੁੰਦੀਆਂ। ਘਰੇ ਵੀ ਇਕੱਲਾ ਬੱਚਾ ਰਹਿੰਦਾ ਹੁੰਦਾ, ਜਦੋਂ ਇਕੱਲਾ ਘਰੇ ਰਵੇ ਤਾਂ ਉਹਨੂੰ ਆਪਣੀ ਪ੍ਰੀਕਾਸ਼ਨ ਲਈ ਇਹ ਚੀਜ਼ਾਂ ਰੱਖਣੀਆਂ ਜ਼ਰੂਰੀ ਆ, ਵੀ ਅੱਜ ਕੱਲ੍ਹ ਜ਼ਮਾਨੇ ਵਿੱਚ। ਭਰਿਆ ਹੋਇਆ? ਹਾਂਜੀ, ਖਾਲੀ ਹਥਿਆਰ ਨਾਲੋਂ ਤਾਂ ਭਰਿਆ ਹੀ ਚੰਗਾ ਹੁੰਦਾ ਮੇਰੇ ਖਿਆਲ 'ਚ। ਹੁਣ ਕੋਈ ਗੁੰਜਾਇਸ਼ ਬਚੀ ਆ ਇਸ ਰਿਸ਼ਤੇ ਨੂੰ ਬਚਾਉਣ ਦੀ, ਜਾਂ ਕਹੀਏ ਕਿ ਇੱਕ ਜੀ ਹੋਰ ਦੱਸੋ, ਉਹਨਾਂ ਦੇ ਵਾਈਫ ਨੂੰ ਕਦੇ ਮਿਲੇ ਤੁਸੀਂ ਆਖਰਕਾਰ? ਚਲੋ ਬੇਸ਼ੱਕ ਤੁਹਾਡਾ ਕਿਸ ਤਰ੍ਹਾਂ ਦੇ ਵੀ ਰਿਲੇਸ਼ਨ ਰਹੇ? ਵਾਈਫ ਇਹਨਾਂ ਦੇ ਮੈਂ ਘਰੇ 1-2 ਵਾਰ ਗਈ ਸੀ, ਉਸ ਟਾਈਮ ਫੇਸ ਟੂ ਫੇਸ ਥੋੜਾ ਟਾਈਮ ਹੋਇਆ, ਅਦਰਵਾਈਜ਼ ਮੇਰਾ ਤੁਹਾਡੇ ਰਿਸ਼ਤੇ ਦਾ ਸਾਰਾ ਕੁਝ ਪਤਾ। ਉਹ ਸਭ ਇਹਨਾਂ ਨਾਲ ਸਿਸਟਮ ਠੀਕ ਆ, ਓਕੇ, ਇਹਨਾਂ ਦਾ ਸਾਰਾ ਸਭ ਨੂੰ ਪਤਾ। ਤੇ ਹੁਣ ਕੋਈ ਬਚੀ ਆ ਗੁੰਜਾਇਸ਼ ਭਾਜੀ? ਦੇਖੋ, ਹੁਣ ਜਦੋਂ ਬੰਦਾ ਡਾਇਰੈਕਟਲੀ ਤੁਹਾਨੂੰ ਕਾਲ ਕਰ ਰਿਹਾ, ਤੁਸੀਂ ਸਿੱਧਾ ਫੇਸ ਟੂ ਫੇਸ ਨਾ ਕਰੋ। ਖੱਬਿਆਂ ਸੱਜਿਆਂ ਤੁਸੀਂ ਬੰਦੇ ਭੇਜ ਕੇ ਤੁਸੀਂ ਮੈਨੂੰ ਆਫਰਾਂ ਦੇ ਰਹੇ ਹੋ। ਕਦੇ ਕੋਈ ਮੈਨੂੰ ਫੋਨ ਕਰ ਰਿਹਾ, ਮੈਂ ਇਹਨਾਂ ਨੂੰ ਫੋਨ ਕਰ ਰਹੀ ਹਾਂ, ਮੇਰੇ ਨਾਲ ਗੱਲ ਕਰੋ, ਇਹ ਗੱਲ ਨਹੀਂ ਕਰ ਰਹੇ, ਕਹਿੰਦੇ ਅਸੀਂ ਗੱਲ ਨਹੀਂ ਕਰਨੀ, ਸਾਡੇ ਆਲੇ ਦੁਆਲੇ ਸਰਾਊਂਡਿੰਗ ਪੀਪਲ ਫੈਸਲਾ ਕਰਨਗੇ। ਤੇ ਫਿਰ ਮੈਂ ਕੋਈ ਜ਼ਿਆਦਾ ਕੋਸ਼ਿਸ਼ ਨਹੀਂ ਸਮਝੀ, ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਲਾਸਟ 'ਚ 2 ਚੀਜ਼ਾਂ ਦੱਸਿਓ। ਇੱਕ ਤਾਂ ਇਹ ਚੀਜ਼ ਮਹਿਸੂਸ ਹੋਈ ਕਿ ਆਖਰਕਾਰ ਜੇਕਰ ਰਿਸ਼ਤਾ ਗਲਤ ਹੋ ਕੇ ਚੱਲਿਆ, ਕਿਉਂਕਿ ਉਹ ਵੀ ਵਿਆਹੇ ਹੋਏ ਸੀ, ਚਲੋ ਤੁਸੀਂ ਡਿਵੋਰਸੀ, ਤੁਸੀਂ ਜ਼ਰੂਰ ਸਿੰਗਲ ਸੀਗੇ, ਕਿ ਰਿਸ਼ਤਾ ਜਦੋਂ ਤੁਸੀਂ ਜਿਸ ਤਰ੍ਹਾਂ ਦੇ ਨਾਲ ਲੈ ਕੇ ਚੱਲੇ ਉਹਨੇ ਵਫਾ ਨਹੀਂ ਕਰੀ ਫਿਰ ਆਖਰ ਦੇ ਵਿੱਚ? ਉਹੀ ਤਾਂ ਹੁਣ ਦੇਖੋ, ਆਪਾਂ ਸਾਰੇ ਹਿਊਮਨ ਪਰਸਨੈਲਿਟੀਆਂ ਨਾ, ਦਿਮਾਗ ਆ, ਸੋਚਦੇ ਆ ਚੰਗਾ ਮਾੜਾ, ਚਲਾਕੀਆਂ ਕਹਿੰਦੇ ਨਹੀਂ ਹੁੰਦੇ, ਬੰਦੇ ਦੀ ਅੱਖ ਪਛਾਣੀ ਜਾਂਦੀ ਆ। ਧੱਕੇ ਨਾਲ ਤੁਸੀਂ 8-10 ਸਾਲ ਬੰਦੇ ਨਾਲ ਕੱਢਦੇ ਹੋ, ਉਹ ਵਿਆਹ ਕਹਿ ਰਿਹਾ, ਉਦੋਂ ਤੁਸੀਂ ਵਿਆਹ ਨਹੀਂ ਕਰਾ ਰਹੇ, ਟਿਕਟ ਡਿਕਲੇਅਰ ਹੋਣ ਤੋਂ ਬਾਅਦ ਤੁਸੀਂ ਅਚਾਨਕ ਚੋਰੀ ਛਿਪੇ ਗੁਪਤ ਵਿਆਹ ਕਰਾ ਕੇ ਚਲੇ ਜਾਂਦੇ ਹੋ, ਇਹਨੂੰ ਲੈ ਕੇ ਵੀ ਹਾਂ ਮੇਰਾ ਡਿਵੋਰਸ ਹੋਇਆ, ਮੇਰੀ ਬਣਦੀ ਨਹੀਂ। ਇੱਕ ਲੇਡੀ ਉਦੋਂ ਹੀ ਜਾਂਦੀ ਹੁੰਦੀ ਹੈ ਕਿਸੇ ਮਰਦ ਦੇ ਨੇੜੇ ਜਦੋਂ ਉਹਨੂੰ ਪਤਾ ਹੁੰਦਾ ਵੀ ਇਹਦਾ ਕਿਸੇ ਨਾਲ ਕੋਈ ਸਿਸਟਮ ਨਹੀਂ ਹੈਗਾ, ਈਵਨ ਕਿ ਉਹਦੀ ਵਾਈਫ ਨਾਲ ਵੀ। ਮੈਂ ਇਹ ਕੀਤਾ ਵੀ ਚਲੋ ਕੋਈ ਨਹੀਂ, ਬੱਚਿਆਂ ਦੀ ਮਾਂ ਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ, ਵੈਸੇ ਉਹ ਲੀਗਲੀ ਵੀ ਕੱਲ੍ਹ ਨੂੰ ਪ੍ਰੋਬਲਮ ਨਾ ਹੋਵੇ, ਤੁਸੀਂ ਡਿਵੋਰਸ ਲੈ ਕੇ ਰੱਖ ਲਓ, ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਹੋਵੇ। ਕਹਿੰਦੇ ਠੀਕ ਆ, ਮੇਰਾ ਕਹਿੰਦਾ ਸਾਰਾ ਸਿਸਟਮ ਕੀਤਾ ਹੋਇਆ ਉਹਦੇ ਹਿਸਾਬ ਨਾਲ, ਚਲੋ ਕੋਈ ਗੱਲ ਨਹੀਂ, ਉਹ ਇਹਨਾਂ ਦੀ ਮੈਂਟੈਲਿਟੀ ਆ, ਮੈਨੂੰ ਕੋਈ ਚੱਕਰ ਨਹੀਂ, ਜੋ ਸੱਚ ਆ ਝੂਠ ਉਹ ਸਾਹਮਣੇ ਆਈ ਜਾਣਾ ਵਿਦ ਪ੍ਰੂਫ ਜਿਹਦੇ ਕੋਲੇ ਹੋਣਗੇ। ਮੈਂ ਕੋਈ ਹਵਾ 'ਚ ਤੀਰ ਤਾਂ ਛੱਡਣੇ ਨਹੀਂ ਜੀ, ਇੱਦਾਂ ਜਿਵੇਂ ਇਹ ਛੱਡ ਰਿਹਾ ਬਲੈਕਮੇਲ ਫਲਾਣਾ ਜੀ ਧਮਕਾ ਜੀ। ਉਹ ਬੰਦੇ ਗੱਲਾਂ ਕਰ ਰਹੇ ਜਿਹੜੇ ਅੰਮ੍ਰਿਤ ਛਕ ਕੇ ਗੁਰਦੁਆਰਿਆਂ ਦੇ ਪ੍ਰਧਾਨ ਹੋ ਕੇ ਰੋਜ਼ ਮੀਟ ਸ਼ਰਾਬ ਪੀ ਕੇ ਸੌਂਦੇ ਆ, ਇਹਨਾਂ ਦੇ ਜਿਹੜੇ ਆਲੇ ਦੁਆਲੇ ਬੰਦੇ ਆ। ਦੂਜਾ ਲਾਸਟ ਇਹ ਸੀ ਕਿ ਮੇਰਾ ਕਿ ਹੁਣ ਆਖਰਕਾਰ ਤੁਸੀਂ ਇੱਕ ਦੂਜੇ ਦੇ ਨੇੜੇ ਆਏ ਇੱਕ ਪਿਆਰ ਕਰਕੇ, ਕਿਉਂਕਿ ਹੋਰ ਤਾਂ ਤੁਹਾਡੀ ਕੋਈ ਲੱਗਦਾ ਨਹੀਂ ਕੋਈ ਇਹੋ ਜਿਹੀ ਮਜਬੂਰੀ ਦੋਹਾਂ ਦੀ ਰਹੀ ਹੋਣੀ ਵੀ ਤੁਸੀਂ ਨੇੜੇ ਆਏ। ਆਖਰਕਾਰ ਫਿਰ ਪਿਆਰ ਜੇ ਕਹੀਏ ਕਿ ਇੱਕੋ ਝੱਟ 'ਚ ਇੰਨੀਆਂ ਚੀਜ਼ਾਂ ਇੰਨਾ ਸੌਖਾ ਹੋ ਗਿਆ ਖਤਮ, ਕਿ ਜਦੋਂ ਪਹਿਲਾਂ ਨੇੜੇ ਆਏ ਹੋਣਗੇ ਉਦੋਂ ਵੀ ਕਾਫੀ ਸਮਾਂ ਲੱਗਿਆ ਹੋਣਾ, ਤੇ ਹੁਣ ਦੂਰ ਇੱਕ ਝੱਟ 'ਚ ਹੋ ਰਿਹਾ? ਬਿਲਕੁਲ, ਜਦੋਂ ਨਾ ਸੀਗਾ ਮਤਲਬ ਕਿਸੇ ਨਾਲ ਅਟੈਚਮੈਂਟ ਹੁੰਦੀ ਆ, ਉਹ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਦਾ, ਜੇ ਉਹਦੇ ਕੋਲੇ ਨਹੀਂ ਵੀ ਹੈਗੀ ਉਹ ਦੂਸਰੇ ਕਿਤੋਂ ਵੀ ਲੈ ਕੇ ਪ੍ਰੋਵਾਈਡ ਕਰਦਾ। ਇਹਦੇ ਬੱਚੇ ਦੀ ਫੀਸ, ਇਹਨੇ ਕੋਈ ਪਾਈਪ ਦਾ ਕੋਈ ਖੋਲ੍ਹਿਆ ਸੀਗਾ UPMP, ਡਿਫਾਲਟਰ ਹੋਣ ਦੇ ਡਰੋਂ ਇਹਨੇ ਕਹਿਣਾ ਇੰਨੇ ਪੈਸੇ ਪਾਏ, 70,000 ਪਾਤਾ, ਕਦੇ 2.5 ਲੱਖ ਪਾਤਾ। ਬਿਲਕੁਲ ਮੇਰੇ ਕੋਲ ਪ੍ਰੂਫ ਨੇ ਭਾਜੀ। ਫਿਰ ਇਹਨਾਂ ਨੇ ਰਜਿਸਟਰੀ ਕਰਾਉਣੀ ਸੀਗੀ ਡਬਰੇ, ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਨੂੰ 6.5 ਲੱਖ ਰੁਪਈਆ ਚਾਹੀਦਾ ਮੈਨੂੰ ਰਾਈਟ ਨਾਓ। ਮੈਂ ਅੱਧੇ ਮਿੰਟ ਦੇ ਵਿੱਚ ਬੈਂਕ 'ਚ ਜਾ ਕੇ ਇਹਦੇ ਬੇਟੇ ਦੇ ਅਕਾਊਂਟ 'ਚ 2 ਅਕਾਊਂਟ ਇਹਨਾਂ ਦੇ ਸੀ, ਮੈਂ 2.5 ਲੱਖ ਰੁਪਈਆ ਉਹ ਪਵਾਤਾ, 6,40,000 ਸੀ ਕੁਛ। ਅਤੇ ਉਹ ਮੈਂ ਹੁਣ ਪੱਲਿਓਂ ਸਾਰਾ ਕੁਛ ਇਹਨਾਂ ਨੂੰ ਖਵਾਇਆ ਉਸ ਟਾਈਮ, ਜਦੋਂ ਇਹ ਫਾਈਨੈਂਸ਼ਲੀ ਬਿਲਕੁਲ ਜ਼ੀਰੋ ਸੀਗੇ, ਬਿਲਕੁਲ ਜ਼ੀਰੋ ਸੀਗੇ ਉਸ ਟਾਈਮ। ਮੈਂ ਸਾਰਾ ਕੁਛ ਆਪਣੀ ਜੋਬ ਛੱਡ ਕੇ ਸਾਰਾ ਕੁਛ ਇਹਨਾਂ ਨੂੰ ਪੈਸੇ ਖਵਾਏ ਜਦੋਂ ਇਹ ਜ਼ੀਰੋ ਬੰਦਾ ਸੀਗਾ। ਹੁਣ ਅਚਾਨਕ ਇਹਨੂੰ ਰਾਈਜ਼ ਹੋ ਕੇ ਪਤਾ ਨਹੀਂ ਕੀ ਫੀਲਿੰਗ ਚੜ੍ਹ ਗਈ, ਸਮਝ ਨਹੀਂ ਲੱਗਦੀ, ਅਤੇ ਹੁਣ ਕਹਿੰਦਾ ਵੀ ਤੁਸੀਂ ਇੱਦਾਂ ਨਹੀਂ ਆਏ, ਇੱਦਾਂ ਨਹੀਂ ਆਏ ਇੱਦਾਂ। ਉਹ ਫਿਰ ਮੈਂ ਚਲੋ ਆਪਣੀ ਮੈਂਟੈਲਿਟੀ ਹੁੰਦੀ ਹੈ ਬੰਦੇ ਦੀ।
ਬਿਲਕੁਲ ਕਹਿ ਸਕਦੇ ਆ ਕਿ ਆਖਰਕਾਰ ਦੇਖਿਆ ਜਾਵੇ ਇਲਜ਼ਾਮ ਬਹੁਤ ਵੱਡੇ ਨੇ ਐਮਐਲਏ ਸਾਹਿਬ ਤੇ ਉਦੋਂ ਬਾਅਦ ਦੇ ਵਿੱਚ ਹੁਣ ਜਵਾਬ ਕੀ ਦਿੰਦੇ ਨੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੈਡਮ ਨੇ ਗੱਲ ਕਹੀ ਹੈ ਕਿ ਆਖਰਕਾਰ ਮੇਰੇ ਕੋਲ ਇੱਕ ਇੱਕ ਚੀਜ਼ ਤਾਂ ਪੈਸੇ ਦਿੱਤਿਆਂ ਦਾ ਵੀ ਸਬੂਤ ਹੈ ਤੇ ਨਾਲ ਹੀ ਕਿਵੇਂ ਇਹ 12-13 ਸਾਲ ਦਾ ਰਿਸ਼ਤਾ ਰਿਹਾ ਤੇ ਉਸ ਰਿਸ਼ਤੇ ਦੇ ਵਿੱਚ ਫੋਟੋਆਂ ਤੋਂ ਲੈ ਕੇ ਤੇ ਲੀਗਲੀ ਤੌਰ ਤੇ ਵੀ ਕਹਿੰਦੇ ਮੇਰੇ ਕੋਲ ਡਾਕੂਮੈਂਟ ਹੈਗੇ ਨੇ। ਤਾਂ ਹੁਣ ਆਖਰ ਕਰਕੇ ਐਮਐਲਏ ਸਾਹਿਬ ਜਵਾਬ ਕੀ ਠੋਸ ਸਬੂਤਾਂ ਦੇ ਨਾਲ ਦੇਣਗੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਬਣ ਕੇ ਆਉਂਦੀ ਆ ਆਮ ਆਦਮੀ ਪਾਰਟੀ ਦੀ ਤੇ ਉਹਦੇ ਐਮਐਲਏ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਸੀ ਕਿ ਆਖਰਕਾਰ ਆਮ ਘਰਾਂ ਦੇ ਉਹ ਲੋਕ ਜਿਹੜੇ ਕਿ ਕਿਸੇ ਸਿਆਸੀ ਗੂੜੇ ਸਿਆਸਤਦਾਨਾਂ ਵਾਂਗੂ ਸਿਆਸਤ ਨਹੀਂ ਕਰਦੇ ਤੇ ਨਾਲ ਨਾਲ ਦੇਖਿਆ ਜਾਵੇ ਤਾਂ ਆਮ ਜ਼ਿੰਦਗੀ ਦੇ ਇੱਕ ਉਹ ਸਹਿਚਾਰ ਬਣ ਕੇ ਰਹਿੰਦੇ ਨੇ। ਪਰ ਇਹ ਤਸਵੀਰ ਕੁਝ ਹੋਰ ਨਿਕਲ ਕੇ ਆਉਂਦੀ ਹੈ। ਖੈਰ ਦੇਖਣਾ ਹੋਊਗਾ ਇਹ ਇਲਜ਼ਾਮਾਂ ਤੇ ਕੀ ਜਵਾਬ ਦਿੰਦੇ ਨੇਗੇ ਉਹ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।